Hello everyone, welcome to this lecture on mass defect, binding energy per nucleon, its variation with mass number. ਇਹ ਤੁਹਾਨੂੰ ਜਿਹੜੀ ਪਿਕਚਰ ਨਜ਼ਰ ਆ ਰਹੀ ਹੈ ਇਸ ਪਿਕਚਰ ਨੂੰ ਧਿਆਨ ਨਾਲ ਦੇਖੋ। ਇਹਦੇ ਵਿੱਚ ਇੱਕ ਪਾਸੇ ਕੀ ਹੈਗਾ ਕਾਰਬਨ 12 ਹੈ ਜਿਹਦੇ ਆਪਣੇ ਕੋਲ ਨਿਊਕਲੀਅਸ ਸ਼ੋ ਹੋ ਰਿਹਾ, ਦੂਸਰੇ ਪਾਸੇ ਨਿਊਕਲੀਓਨਸ ਨੇ 6 ਪ੍ਰੋਟੋਨ ਨੇ 6 ਨਿਊਟਰੋਨ ਨੇ। ਤਾਂ ਜਦੋਂ ਨਿਊਕਲੀਅਸ ਦਾ ਮਾਸ ਦੇਖਦੇ ਹਾਂਗੇ ਆਪਾਂ ਆਪਣੇ ਕੋਲ ਨਿਊਕਲੀਅਸ ਦਾ ਮਾਸ ਸਮੋਲ ਹੈਗਾ ਐਜ਼ ਕੰਪੇਅਰ ਟੂ ਦਾ ਕੌਂਸਟੀਟੂਐਂਟਸ ਆਫ ਦਾ ਨਿਊਕਲੀਓਨ, ਮਤਲਬ 6 ਨਿਊਟਰੋਨ ਤੇ 6 ਪ੍ਰੋਟੋਨ ਦਾ ਜਦੋਂ ਮਾਸ ਅਸੀਂ ਚੈੱਕ ਕਰਦੇ ਹਾਂਗੇ ਉਹ ਲਾਰਜ ਹੈਗਾ, ਜ਼ਿਆਦਾ ਹੁੰਦਾ ਹੈਗਾ ਐਜ਼ ਕੰਪੇਅਰ ਟੂ ਦਾ ਮਾਸ ਆਫ ਦਾ ਨਿਊਕਲੀਅਸ। ਇੱਕ ਹੋਰ ਐਗਜ਼ਾਮਪਲ ਦੇਖੋ ਧਿਆਨ ਨਾਲ, ਇਹਦੇ ਵਿੱਚ ਦੇਖੋ ਲੀਥੀਅਮ 7 ਦੀ ਐਗਜ਼ਾਮਪਲ ਦਿੱਤੀ ਹੋਈ ਹੈ। ਲੀਥੀਅਮ 7 ਦਾ ਜਿਹੜਾ ਨਿਊਕਲੀਅਸ ਦਾ ਮਾਸ ਹੈ ਉਹ ਹੈ 7.016 AMU। ਜਿਹੜੇ ਕੌਂਸਟੀਟੂਐਂਟ ਪਾਰਟੀਕਲਸ ਨੇ ਫ੍ਰੀ ਸਟੇਟ ਦੇ ਵਿੱਚ ਉਹਨਾਂ ਦਾ ਜਿਹੜਾ ਟੋਟਲ ਮਾਸ ਹੈ ਉਹ ਹੈ 7.05648 AMU। ਇੱਥੋਂ ਸਾਨੂੰ ਕੀ ਪਤਾ ਲੱਗਦਾ ਹੈਗਾ ਕਿ ਨਿਊਕਲੀਅਸ ਦਾ ਮਾਸ ਕੀ ਹੈਗਾ ਘੱਟ ਹੈਗਾ, ਬਟ ਜਿਹੜੇ ਕੌਂਸਟੀਟੂਐਂਟ ਨਿਊਕਲੀਓਨਸ ਨੇ ਉਹਨਾਂ ਦਾ ਮਾਸ ਕੀ ਹੈਗਾ ਫ੍ਰੀ ਸਟੇਟ ਦੇ ਵਿੱਚ ਜ਼ਿਆਦਾ ਹੈਗਾ। ਇਸ ਇਫੈਕਟ ਨੂੰ ਅਸੀਂ ਕੀ ਕਹਿੰਦੇ ਹੈਗੇ ਮਾਸ ਡਿਫੈਕਟ। ਮਾਸ ਡਿਫੈਕਟ ਮਤਲਬ ਕੌਂਸਟੀਟੂਐਂਟ ਫ੍ਰੀ ਜਿਹੜੇ ਨਿਊਕਲੀਓਨਸ ਨੇ ਉਹਨਾਂ ਦਾ ਮਾਸ ਕੀ ਹੋਊਗਾ ਜ਼ਿਆਦਾ ਹੋਊਗਾ, ਜਦੋਂ ਉਹ ਕੰਬਾਈਨਡ ਸਟੇਟ ਦੇ ਵਿੱਚ ਹੋਣਗੇ ਨਿਊਕਲੀਅਸ ਦੇ ਵਿੱਚ ਉਹਨਾਂ ਦਾ ਮਾਸ ਕੀ ਹੋਊਗਾ ਘੱਟ ਹੋਊਗਾ। ਇਸ ਪਿਕਚਰ ਦੇ ਵਿੱਚ ਇੱਕ ਹੋਰ ਐਗਜ਼ਾਮਪਲ ਸ਼ੋ ਕੀਤੀ ਹੋਈ ਹੈ ਹੀਲੀਅਮ ਨਿਊਕਲੀਅਸ ਦੀ। ਹੀਲੀਅਮ ਨਿਊਕਲੀਅਸ ਦਾ ਜਿਹੜਾ ਮਾਸ ਹੈ 4.001503 ਐਟੋਮਿਕ ਮਾਸ ਯੂਨਿਟ ਹੈ, ਜਦ ਕਿ ਫ੍ਰੀ ਸਟੇਟ ਦੇ ਵਿੱਚ 2 ਪ੍ਰੋਟੋਨ ਤੇ 2 ਨਿਊਟਰੋਨ ਜਿਹੜਾ ਮਾਸ ਹੈ 4.03188 ਐਟੋਮਿਕ ਮਾਸ ਯੂਨਿਟ ਹੈ। ਇਹਨਾਂ ਤਿੰਨੇ ਐਗਜ਼ਾਮਪਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਨਿਊਕਲੀਅਸ ਦਾ ਮਾਸ ਕੌਂਸਟੀਟੂਐਂਟ ਨਿਊਕਲੀਓਨਸ ਤੋਂ ਫ੍ਰੀ ਸਟੇਟ ਦੇ ਵਿੱਚ ਮਾਸ ਤੋਂ ਸਾਰਿਆਂ ਦੇ ਸਮ ਦੇ ਮਾਸ ਤੋਂ ਕੀ ਹੈਗਾ ਘੱਟ ਹੁੰਦਾ ਹੈਗਾ। ਤਾਂ ਇਸ ਡਿਫੈਕਟ ਨੂੰ ਅਸੀਂ ਕੀ ਕਹਿ ਦਿੰਦੇ ਹੈਗੇ ਮਾਸ ਡਿਫੈਕਟ ਕਹਿ ਦਿੰਦੇ ਹੈਗੇ। ਸੋ ਮਾਸ ਡਿਫੈਕਟ ਕੀ ਹੋਊਗਾ? ਮਾਸ ਡਿਫੈਕਟ ਕੀ ਹੈਗਾ ਬੇਟਾ ਸਮ ਆਫ ਦਾ ਮਾਸਸ ਆਫ ਕੌਂਸਟੀਟੂਐਂਟ ਨਿਊਕਲੀਓਨਸ ਆਫ ਨਿਊਕਲੀਅਸ ਇਨ ਫ੍ਰੀ ਸਟੇਟ ਮਾਈਨਸ ਮਾਸ ਆਫ ਨਿਊਕਲੀਅਸ। ਤਾਂ ਇਹ ਆਪਣੇ ਕੋਲ ਡੈਫੀਨੇਸ਼ਨ ਬਣ ਗਈ ਮਾਸ ਡਿਫੈਕਟ ਦੀ, ਵੀ ਕਿੰਨਾ ਮਾਸ ਘੱਟ ਹੈਗਾ ਉਸ ਨੂੰ ਆਪਾਂ ਮਾਸ ਡਿਫੈਕਟ ਕਹਿ ਦਾਂਗੇ। ਸੋ ਮਾਸ ਡਿਫੈਕਟ ਦੀ ਡੈਫੀਨੇਸ਼ਨ ਕੀ ਹੋ ਸਕਦੀ ਹੈਗੀ? ਮਾਸ ਡਿਫੈਕਟ ਇਜ਼ ਡਿਫਾਈਨਡ ਐਜ਼ ਦ ਡਿਫਰੈਂਸ ਬਿਟਵੀਨ ਦ ਸਮ ਆਫ ਦ ਮਾਸਸ ਆਫ ਦ ਕੌਂਸਟੀਟੂਐਂਟ ਨਿਊਕਲੀਓਨਸ ਆਫ ਅ ਨਿਊਕਲੀਅਸ ਇਨ ਫ੍ਰੀ ਸਟੇਟ ਐਂਡ ਦ ਮਾਸ ਆਫ ਦ ਨਿਊਕਲੀਅਸ। ਜਿਵੇਂ ਵੀ ਤੁਹਾਨੂੰ ਪਿਛਲੀ ਸਲਾਈਡ ਵਿੱਚ ਸ਼ੋ ਕੀਤਾ ਸੀ ਕਿ ਕੀ ਹੈ ਮਾਸ ਡਿਫੈਕਟ ਨੂੰ ਆਪਾਂ ਕਿਵੇਂ ਡਿਫਾਈਨ ਕਰਾਂਗੇ, ਵੀ ਜਿਹੜੇ ਕੌਂਸਟੀਟੂਐਂਟ ਨਿਊਕਲੀਓਨਸ ਨੇ ਉਹਨਾਂ ਸਾਰਿਆਂ ਦਾ ਆਪਣਾ ਮਾਸ ਦੇਖਣਾ ਗਾ, ਸਮ ਕਰਨਾ ਗਾ, ਤੇ ਉਹਦੇ ਵਿੱਚੋਂ ਨਿਊਕਲੀਅਸ ਦੇ ਮਾਸ ਨੂੰ ਮਾਈਨਸ ਕਰ ਦੇਣਾ ਹੈਗਾ। ਉਹ ਕੀ ਹੋਊਗਾ ਆਪਣੇ ਕੋਲ ਮਾਸ ਡਿਫੈਕਟ ਹੋਊਗਾ। ਠੀਕ ਹੈ ਜੀ। ਹੁਣ ਇਸ ਸਲਾਈਡ ਦੇ ਵਿੱਚ ਆਪਾਂ ਮਾਸ ਡਿਫੈਕਟ ਦਾ ਐਕਸਪ੍ਰੈਸ਼ਨ ਪਤਾ ਕਰਾਂਗੇ। ਆਪਾਂ ਸਪੋਜ਼ ਕਰਦੇ ਹਾਂਗੇ ਕਿ ਆਪਣੇ ਕੋਲ ਕੋਈ ਨਿਊਕਲੀਅਸ ਆ ਜਿਸ ਦਾ ਮਾਸ ਹੈ m ਤੇ ਉਹਦੇ ਕੋਲ z ਪ੍ਰੋਟੋਨਸ ਨੇ ਤੇ a - z ਕੀ ਨੇ ਨਿਊਟਰੋਨਸ ਨੇ। z ਇਜ਼ ਅ ਐਟੋਮਿਕ ਨੰਬਰ, a ਇਜ਼ ਅ ਮਾਸ ਨੰਬਰ। ਹਰੇਕ ਨਿਊਟਰੋਨ ਦਾ ਮਾਸ ਆਪਾਂ mn ਸਪੋਜ਼ ਕਰ ਲਿਆ, ਹਰੇਕ ਪ੍ਰੋਟੋਨ ਦਾ ਮਾਸ ਹੈ ਉਹ mp। ਮਾਸ ਆਫ z ਪ੍ਰੋਟੋਨਸ ਕੀ ਹੋ ਗਿਆ ਬੇਟਾ mp ਇੰਟੂ z। ਮਾਸ ਆਫ a - z ਨਿਊਟਰੋਨਸ ਕੀ ਹੋ ਗਿਆ mn ਇੰਟੂ a - z। ਸੋ ਜਿੰਨੇ ਵੀ ਨਿਊਕਲੀਓਨਸ ਨੇ ਫ੍ਰੀ ਸਟੇਟ ਦੇ ਵਿੱਚ ਉਹਨਾਂ ਦਾ ਮਾਸ ਕੀ ਹੋਊਗਾ ਦੋਨੇ ਸਾਰੇ ਪ੍ਰੋਟੋਨਸ ਦਾ ਮਾਸ ਸਾਰੇ ਨਿਊਟਰੋਨਸ ਦਾ ਮਾਸ। ਦਿਸ ਇਜ਼ ਦ ਸਮ ਆਫ ਮਾਸਸ ਆਫ ਆਲ ਨਿਊਕਲੀਓਨਸ। This expression shows sum of mass of all nucleons. So mass defect ਕੀ ਹੋ ਗਿਆ ਬੇਟਾ ਆਪਣੇ ਕੋਲ? mass defect ਹੋ ਗਿਆ total mass of the nucleons in free state minus mass of the nucleus।
ਮਾਸ ਡਿਫੈਕਟ ਦਾ ਆਪਣੇ ਕੋਲ ਜਿਹੜੀ ਯੂਨਿਟ ਹੁੰਦੀ ਹੈਗੀ ਉਹ ਆਪਾਂ AMU ਲੈਂਦੇ ਹੈਗੇ, ਐਟੋਮਿਕ ਮਾਸ ਯੂਨਿਟ। ਹੁਣ ਤੁਹਾਡੇ ਸਾਡੇ ਮਨ ਦੇ ਵਿੱਚ ਇਹ ਕੁਐਸਚਨ ਆਉਂਦਾ ਹੋਊਗਾ ਕਿ ਵੀ ਮਾਸ ਡਿਕਰੀਜ਼ ਕਿਉਂ ਹੋ ਜਾਂਦਾ ਜਦੋਂ ਜਿਹੜੇ ਫ੍ਰੀ ਨਿਊਕਲੀਓਨਸ ਨੇ ਉਹਨਾਂ ਨੂੰ ਆਪਾਂ ਜੁਆਇਨ ਕਰਦੇ ਹਾਂ, ਜੁਆਇਨ ਕਰਕੇ ਇੱਕ ਨਿਊਕਲੀਅਸ ਬਣਦਾ ਹੈਗਾ, ਤਾਂ ਮਾਸ ਡਿਕਰੀਜ਼ ਕਿਉਂ ਹੋ ਜਾਂਦਾ ਹੈਗਾ, ਇਹ ਮਾਸ ਕਿੱਥੇ ਚਲਾ ਜਾਂਦਾ ਹੈਗਾ। ਦਿਸ ਪਿਕਚਰ ਸ਼ੋਜ਼ ਦੈਟ ਸਮ ਐਨਰਜੀ that is binding एनर्जी, जो मास डिफेक्ट है उस डिफेक्ट के इक्वलेंट जी एनर्जी हैगी बेटा वो न्यूक्लियस के मास या न्यूक्लियोन्स नू होल्ड करने की यूज हो जाती हैगी। तो जिन्ना मास डिक्रीज हो जाता है वो बाइंडिंग एनर्जी में कन्वर्ट हो जाता है, वो बाइंडिंग एनर्जी की है न्यूक्लियोन्स नू होल्ड करके रखती हैगी। और भी कैन से जे न्यूक्लियस के न्यूक्लियोन्स नू ब्रेक करना गा, इनकॉन्स्टिट्यूएंट फ्री न्यूक्लियोन्स सैपरेट करना गा, तो सानू वो एनर्जी प्रोवाइड करनी पऊगी, वो एनर्जी देनी पऊगी न्यूक्लियस नू। ओके, ये स्लाइड क्लीयर शो कर रही हैगी। सो इस एनर्जी नू आपां की कहांगे न्यूक्लीयर बाइंडिंग एनर्जी। तो आपां नू ये पता लग गया कि मास डिक्रीज हुंदा गा वो जिन्ना मास डिक्रीज होया वो बाइंडिंग एनर्जी च चले जांदा गा। सो न्यूक्लियर बाइंडिंग एनर्जी की हो सकती हैगी, न्यूक्लियर बाइंडिंग एनर्जी की हैगी एनर्जी रिक्वायर्ड टू होल्ड द न्यूक्लियॉन्स इन अ न्यूक्लियस। न्यूक्लियस दे विच जिन्ने भी न्यूक्लियॉन्स ने उन्हां नू होल्ड करके रखना, बाइंड करके रखना, जी वो एनर्जी होंगी हैगी उन्होंने आपां कहने न्यूक्लियर बाइंडिंग एनर्जी। एक ये डेफिनेशन लिख सकते हैं आपां, ओके जी। जां फिर आपां इस तरह भी कह सकते हैं कि जो न्यूक्लियस के न्यूक्लियॉन्स नू आपां डिसइंटीग्रेट करना, न्यूक्लियस नू डिसइंटीग्रेट करना, तोड़ना गा उन्होंने फ्री न्यूक्लियॉन दे विच, तां वो एनर्जी जी अपनों सप्लाई करनी पऊगी, वो एनर्जी की होगी न्यूक्लियर बाइंडिंग एनर्जी। दैट एनर्जी इज नोन एज अ न्यूक्लियर बाइंडिंग एनर्जी। ये मैं तुहानूं पहले दस्सिया कि वैन जो अपने को न्यूक्लियस दे विच की हैगा अपने को न्यूक्लियॉन्स ने, तो जिहड़ा मास आ न्यूक्लियस का की घट होंदा गा, सम ऑफ द मास ऑफ द न्यूक्लियॉन्स इन अ फ्री स्टेट। सो जिहड़ा ये मास डिक्रीज हो जाता गा, यह मास डिफेक्ट होंदा गा। यह मास डिफेक्ट की कन्वर्ट हो जाता गा बाइंडिंग एनर्जी नू, बाइंडिंग एनर्जी विच अकॉर्डिंग टू फेमस आइंस्टाइन्स फेमस रिलेशन E=mc²। तो जिन्ना मास बेटा डेल्टा एम मास डिफेक्ट आगा उहदे इक्वलेंट एनर्जी की है वो कन्वर्ट हो जाती है न्यूक्लियर बाइंडिंग एनर्जी। तो यदा मतलब बाइंडिंग एनर्जी की होगी, बाइंडिंग एनर्जी इज इक्वलेंट टू द मास डिफेक्ट। ठीक है, एनर्जी इक्वलेंट टू मास डिफेक्ट इज द न्यूक्लियर बाइंडिंग एनर्जी ऑफ द न्यूक्लियस। इत्थों आपां न्यूक्लियर बाइंडिंग एनर्जी का रिलेशन या इक्वेशन फाइंड आउट कर सकते हैं। सो न्यूक्लियर बाइंडिंग एनर्जी की होगी EB इज इक्वलेंट टू मास डिफेक्ट। आइंस्टाइन का रिलेशन यूज करो, EB इज इक्वल टू मास डिफेक्ट कितना है डेल्टा एम। सो डेल्टा एम इंटू c², where c is the speed of light in vacuum. Nuclear binding energy is equal to delta m into c², where c is the speed of light. In this slide we will find the expression of the binding energy. सानू पता है कि जो डेल्टा एम है मास डिफेक्ट वो की है मास ऑफ द सम ऑफ द मास ऑफ द न्यूक्लियॉन्स माइनस मास ऑफ द न्यूक्लियस। सो बाइंडिंग एनर्जी की होगी बेटा mp(z) माइनस mn a माइनस z माइनस मास ऑफ द न्यूक्लियस इंटू c²। This value is delta m into c²। तो सानू ये भी पता है कि 1 AMU है, 1 एटॉमिक मास यूनिट है, वो बेटा इक्वलेंट है 931 मैगा इलैक्ट्रॉन वोल्ट। मतलब 1 AMU जिहड़ा हैगा वो बेटा 931 मैगा इलैक्ट्रॉन वोल्ट दे इक्वलेंट है, एनर्जी दे इक्वलेंट है। तो 1 AMU इज इंटू c² की हो गया बेटा अपने को इक्वल टू हो गया अकॉर्डिंग टू आइंस्टाइन रिलेशन mc = स्केयर। इत्थे आपां 1 AMU लेना गा
ਤਾਂ ਉਹ ਆਪਣੇ ਕੋਲ ਹੋ ਗਿਆ 931 ਮੈਗਾ ਇਲੈਕਟ੍ਰੋਨ ਵੋਲਟ, 931 ਮੈਗਾ ਇਲੈਕਟ੍ਰੋਨ ਵੋਲਟ। ਸੋ ਇਨ ਟਰਮਸ ਆਫ એનર્ਜੀ ਇਹ ਵੀ ਕੀ ਹੋ ਗਿਆ ਬੇਟਾ ਡੈਲਟਾ ਐਮ, ਜਿੱਥੇ ਸੀ ਸਕੇਅਰ ਹੈ ਬੇਟਾ ਉੱਥੇ ਆਪਾਂ ਲਿਖ ਲਾਂਗੇ 931 ਮੈਗਾ ਇਲੈਕਟ੍ਰੋਨ ਵੋਲਟ। ਸੋ ਨਿਊਕਲੀਅਰ ਬਾइंडिंग એનર્ਜੀ ਕੀ ਹੈ ਆਪਣੇ ਕੋਲ ਰਿਲੇਸ਼ਨ ਆ ਗਿਆ ਡੈਲਟਾ ਐਮ इंटू 931 मेगा इलेक्ट्रॉन वोल्ट। ओके, in next slide we will discuss nuclear binding energy per nucleon। मतलब कि न्यूक्लियस ਦੇ ਵਿੱਚੋਂ ਇੱਕ ਨਿਊਕਲੀਓਨ ਬਾਹਰ ਕੱਢਣ ਲਈ ਜਾਂ ਉਸ ਤੋਂ ਨਿਊਕਲੀਅਸ ਤੋਂ ਬਾਹਰ ਕੱਢਣ ਲਈ ਕਿੰਨੀ એનર્ਜੀ ਦੀ ਲੋੜ ਹੈ ਉਸ ਨੂੰ ਆਪਾਂ ਕਹਾਂਗੇ ਨਿਊਕਲੀਅਰ ਬਾइंडिंग एनर्जी पर न्यूक्लियन। इन्हें आप कैलकुलेट किमें करांगे, जो साडे कोल न्यूक्लियर बाइंडिंग एनर्जी है उसनू डिवाइड कर देंगे मास नंबर नाल, न्यूक्लियस के मास नंबर नाल, तो यह साडे कोल एवरेज वैल्यू होगी। सो दिस इज द एवरेज वैल्यू, एवरेज वैल्यू। सो दिस एक्सप्रेशन इज अ न्यूक्लियर बाइंडिंग एनर्जी पर न्यूक्लियन। सो डेफिनेशन की हो सकती है द एवरेज एनर्जी रिक्वायर्ड टू रिलीज अ न्यूक्लियन फ्रॉम अ न्यूक्लियस इज कॉल्ड बाइंडिंग एनर्जी पर न्यूक्लियन। सिग्निफिकेंस ऑफ न्यूक्लियर बाइंडिंग एनर्जी पर न्यूक्लियन। न्यूक्लियर बाइंडिंग एनर्जी पर न्यूक्लियन जिन्नी ज़्यादा होगी उन्ना ज़्यादा न्यूक्लियस स्टेबल होगा। मतलब एक इलैक्ट्रॉन एक न्यूक्लियन नू बाहर कढ़ने लई न्यूक्लियस दे विचों जे एनर्जी ज़्यादा जरूरत है दा मतलब की हैगा न्यूक्लियस ज़्यादा स्टेबल है। सो न्यूक्लियर बाइंडिंग एनर्जी पर न्यूक्लियन सानू स्टेबिलिटी दसदी है न्यूक्लियस दी। सो जिन्नी ज़्यादा बाइंडिंग एनर्जी पर न्यूक्लियन होगी उन्नी ज़्यादा न्यूक्लियस साडे कोल स्टेबल होगा। जे बाइंडिंग एनर्जी पर न्यूक्लियन ऑफ अ न्यूक्लियस किसी न्यूक्लियस की बाइंडिंग एनर्जी पर न्यूक्लियन घट है तो मतलब वो न्यूक्लियस घट स्टेबल है, जे किसी की ज़्यादा है तो वह ज़्यादा स्टेबल होगा। दिस इज द सिग्निफिकेंस। नेक्स्ट बाइंडिंग एनर्जी पर न्यूक्लियन कर्व। न्यूक्लियर बाइंडिंग एनर्जी पर न्यूक्लियन ते मास नंबर के विचकार जिहड़ा कहांगे उसनूं उस कर्व नूं असीं कहांगे न्यूक्लियर बाइंडिंग एनर्जी पर न्यूक्लियन कर्व। सो दिस इज द ग्राफ बिटवीन न्यूक्लियर बाइंडिंग एनर्जी पर न्यूक्लियन एंड मास नंबर सो बाइंडिंग एनर्जी पर न्यूक्लियन वाई एक्स के वाल ली हुई है, मास नंबर एक्स एक्स वाल लिया है। सो डिफरेंट जिन्ने भी अपने को न्यूक्लियस ने न्यूक्लियाई ने उन्होंने वास्ते ग्राफ प्लॉट किया है तो उन्होंने जी बाइंडिंग एनर्जी दे वर्सेस मास नंबर वर्सेस बाइंडिंग एनर्जी पर न्यूक्लियन वो आप मैगा इलैक्ट्रॉन वोल्ट लैनी है। हुण क्लीयरली सानू नज़र आ रही है जी इस कर्व दे विच, इस कर्व दे विच देखो बेटा कि लाइटर न्यूक्लियर ने जे जिन्हों का अपने को मास नंबर घट है उन्होंने जी बाइंडिंग एनर्जी पर न्यूक्लियन है वो बहुत घट होंगी हैगी। उस तो बाद की है जी कर्व आ गई इनक्रीज होंदी जाती हैगी तो किते जाके पीक कर जाती हैगी, किते जाके पीक करती हैगी आयरन 56 ते। तो आयरन 56 की जी बाइंडिंग एनर्जी पर न्यूक्लियन है वो मैक्सिमम होंदी हैगी, वो होंदी है बेटा अपने को 8.8 मैगा इलैक्ट्रॉन वोल्ट। ओके, उस तो बाद बेटा यह की करूगी अपने को ग्रैजुअली डिक्रीज होना शुरू करूगी। तो जोड़े अपने को हैवी न्यूक्लियाई ने लाइक यूरेनियम 235 यूरेनियम 238 इन्हों की जी अपने को बाइंडिंग एनर्जी पर न्यूक्लियन है वो की हो बेटा घट होगी एज कंपेयर टू द इंटरमीडिएट न्यूक्लियस ने लाइक आयरन निकल इट्सट्रा। हुण इस बाइंडिंग एनर्जी पर न्यूक्लियन कर्व के जोड़े मेन हाईलाइट्स ने वो आप देखते हैं।
ਕਰਬ ਤੋਂ ਸਾਨੂੰ ਨਜ਼ਰ ਆਉਂਦਾ ਹੈਗਾ ਕਿ ਜਿਹੜੇ ਲਾਈਟਰ ਨਿਊਕਲੀਏ ਨੇ ਉਹਨਾਂ ਦੀ ਜਿਹੜੀ ਐਵਰੇਜ ਵਾਈਂਡਿੰਗ એનર્ਜੀ ਹੈਗੀ ਉਹ ਕੀ ਹੈਗੀ ਵੈਰੀ ਸਮੋਲ ਆ ਗਈ। ਜਦੋਂ ਆਪਣੇ ਕੋਲ ਮਾਸ ਨੰਬਰ ਲੈਸ ਦੈਨ 3 ਹੈਗਾ ਤਾਂ ਜਿਹੜੀ ਵਾਈਂਡਿੰਗ એનર્ਜੀ ਹੈਗੀ ਪਰ ਨਿਊਕਲੀਅਨ ਉਹ ਕੀ ਹੈਗੀ ਸਮੋਲ ਆ ਗਈ। ਉਸ ਤੋਂ ਬਾਅਦ ਜਦੋਂ ਨੈਕਸਟ ਮਾਸ ਨੰਬਰ ਇਨਕਰੀਜ਼ ਕਰਦੇ ਜਾਂਦੇ ਹੈਗੇ ਜਿਹੜੀ ਵਾਈਂਡਿੰਗ એનર્ਜੀ ਹੈ ਕਿ ਉਹ ਗ੍ਰੈਜੂਅਲੀ ਇਨਕਰੀਜ਼ ਹੁੰਦੀ ਹੈਗੀ। ਓਕੇ, ਅਤੇ ਜਿਹੜੇ ਨਾਲ ਦੇ ਨਾਲ ਨੇਬਰਿੰਗ ਨਿਊਕਲੀ ਨੇ ਜਿਵੇਂ ਫੋਰ ਐਗਜ਼ਾਮਪਲ ਇੱਥੇ ਜਿਹੜੀਆਂ ਸਪਾਈਕਸ ਸਾਨੂੰ ਨਜ਼ਰ ਆ ਰਹੀਆਂ ਨੇ ਉਹ ਸ਼ੋਅ ਕਰਦੀਆਂ ਨੇ ਕਿ ਕੁਛ ਇਸ ਤਰ੍ਹਾਂ ਦੇ ਨਿਊਕਲੀਏ ਨੇ ਜਿਨ੍ਹਾਂ ਦੀ ਆਪਣੇ ਕੋਲ ਨੇਬਰ ਨਿਊਕਲੀਏ ਤੋਂ ਜ਼ਿਆਦਾ એનર્ਜੀ ਹੈਗੀ, ਜਿਵੇਂ ਹੀਲੀਅਮ 4, ਕਾਰਬਨ 12, ਆਕਸੀਜਨ 16। ਇਹ ਕੀ ਹੈ ਇਹਨਾਂ ਕੋਲ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਕੀ ਹੈਗੀ ਜ਼ਿਆਦਾ ਹੈਗੀ ਇਹਨਾਂ ਦੇ ਨਾਲ ਦੇ ਨਿਊਕਲੀਏ ਤੋਂ। ਇਟ ਮੀਨਸ ਕੀ ਹੈਗਾ ਇਹ ਜ਼ਿਆਦਾ ਸਟੇਬਲ ਨੇ ਆਪਣੇ ਨੇਬਰਸ ਤੋਂ। ਇਸ ਕਰਬ ਤੋਂ ਸਾਨੂੰ ਪਤਾ ਲੱਗਦਾ ਵਾ। ਹਾਂਜੀ, ਜਦੋਂ ਆਪਾਂ 30 to 62 ਤੱਕ ਮਾਸ ਨੰਬਰ ਦੇਖਦੇ ਹਾਂ ਜਿਹੜੀ ਬਾਈਂਡਿੰਗ એનર્ਜੀ ਆ ਉਹ ਗ੍ਰੈਜੂਅਲੀ ਇਨਕਰੀਜ਼ ਹੋ ਰਹੀ ਹੈਗੀ। ਓਕੇ, ਸੋ ਇਟ ਮੀਨਸ ਕੀ ਹੈ ਜਿਹੜੀ ਵੈਲਿਊ ਹੈ ਇਹ 56 ਤੇ ਜਾ ਕੇ ਪੀਕ ਕਰ ਜਾਂਦੀ ਹੈਗੀ 56 ਤੇ। ਤਾਂ ਜਦੋਂ ਆਪਣੇ ਕੋਲ A = 56 ਹੁੰਦਾ ਗਾ ਤਾਂ ਉੱਥੇ ਜਾ ਕੇ ਇਹ ਪੀਕ ਕਰ ਰਹੀ ਹੈ। ਤਾਂ 56 ਇਹ ਹੈ ਬੇਟਾ ਆਇਰਨ ਵਾਸਤੇ। ਤਾਂ ਆਇਰਨ ਕੀ ਹੈਗਾ ਉਹਦੀ ਜਿਹੜੀ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਆ ਉਹ ਮੈਕਸੀਮਮ ਆ। ਇਟ ਮੀਨਸ ਕੀ ਹੈਗਾ ਆਇਰਨ ਇਜ਼ ਮੋਰ ਸਟੇਬਲ। ਤਾਂ ਜਿਹੜੇ ਐਟਮਸ ਇਸ ਦੇ ਕਲੋਜ਼ ਨੇ ਜਿਵੇਂ ਨਿਕਲ ਹੋ ਗਿਆ। ਓਕੇ, ਸੋ ਦੀਜ਼ ਆਰ ਦਾ ਸਟੇਬਲ ਐਲੀਮੈਂਟਸ। ਸੋ ਸਟੇਬਲ ਨਿਊਕਲੀਅਸ ਨੇ ਇਹ ਜ਼ਿਆਦਾ ਸਟੇਬਲ ਨੇ। ਅਤੇ ਉਸ ਤੋਂ ਬਾਅਦ 62 ਤੋਂ ਬਾਅਦ ਕੀ ਹੈ ਇਹ ਬਹੁਤ ਹੌਲੀ ਜਿਉਂ ਆਪਣੇ ਕੋਲ ਮਾਸ ਨੰਬਰ ਇਨਕਰੀਜ਼ ਹੁੰਦਾ ਹੈਗਾ ਇਹ ਕੀ ਆ ਆਪਣੇ ਕੋਲ ਡਿਕਰੀਜ਼ ਹੋ ਰਹੀ ਹੈਗੀ। ਤਾਂ ਉਸ ਤੋਂ ਬਾਅਦ ਕੀ ਹੈ ਇਹ ਯੂਰੇਨੀਅਮ 238 ਵਾਸਤੇ ਕੀ ਹੈਗਾ ਆਪਣੇ ਕੋਲ ਡਰੋਪ ਹੋ ਰਹੀ ਹੈਗੀ 7.5 ਤੱਕ। 7.5 ਮੈਗਾ ਇਲੈਕਟ੍ਰੋਨ ਵੋਲਟ ਯੂਰੇਨੀਅਮ 238 ਦੀ ਬਾਈਂਡਿੰਗ એનર્ਜੀ ਹੈ। these are the main highlights of the binding energy per nucleon curve। ਸੋ ਨੈਕਸਟ ਇੱਥੋਂ ਜਿਹੜੀ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਕਰਵ ਤੋਂ ਜਿਹੜੇ ਮੇਨ ਕੰਕਲੂਜਨ ਹੋਣਗੇ ਆਪਾਂ ਉਹ ਸਟੱਡੀ ਕਰ ਦਿਆਂਗੇ। ਅਤੇ ਗ੍ਰਾਫ ਤੋਂ ਸਾਨੂੰ ਪਤਾ ਲੱਗਿਆਗਾ ਕਿ ਜਿਹੜਾ ਇੰਟਰਮੀਡੀਏਟ ਨਿਊਕਲੀਏ ਨੇ ਉਹਨਾਂ ਦੀ ਜਿਹੜੀ ਬਾਈਂਡਿੰਗ એનર્ਜੀ ਜਿਹੜੇ ਵਿਚਕਾਰਲੇ ਨਿਊਕਲੀਏ ਨੇ ਉਹਨਾਂ ਦੀ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਹੈ ਕੀ ਹੈਗੀ ਉਹ ਹਾਈ ਹੈਗੀ, ਲਾਰਜ ਵੈਲਿਊ ਹੈ। ਇਟ ਮੀਨਸ ਕੀ ਹੈਗਾ ਉਹ ਜ਼ਿਆਦਾ ਸਟੇਬਲ ਨੇ, ਮਤਲਬ 32 ਲੈ ਕੇ 62 ਤੱਕ ਐਂਡ 90 ਤੱਕ ਆਪਣੇ ਕੋਲ ਜ਼ਿਆਦਾ ਸਟੇਬਲ ਨਿਊਕਲੀਏ ਨੇ ਇੰਟਰਮੀਡੀਏਟ ਨਿਊਕਲੀਏ। ਜਿਹੜੇ ਬੇਟਾ ਲਾਈਟਰ ਨਿਊਕਲੀਏ ਨੇ ਜਿਨ੍ਹਾਂ ਦਾ ਆਪਣੇ ਕੋਲ ਮਾਸ ਨੰਬਰ ਲੋ ਹੈ ਜਾਂ ਜਿਹੜੇ ਹੈਵੀ ਨਿਊਕਲੀਏ ਨੇ ਉਹਨਾਂ ਵਾਸਤੇ ਜਿਹੜੀ ਬਾਈਂਡਿੰਗ એનર્ਜੀ ਹੈ ਪਰ ਨਿਊਕਲੀਅਨ ਕੀ ਹੈਗੀ ਉਹਦੀ ਵੈਲਿਊ ਲੋ ਹੈ। ਇਹਦਾ ਮਤਲਬ ਕੀ ਹੈਗਾ ਉਹ ਅਨਸਟੇਬਲ ਨੇ, ਜਿਨ੍ਹਾਂ ਵਾਸਤੇ ਲੋ ਹੋਊਗੀ ਉਹ ਅਨਸਟੇਬਲ ਨੇ। ਥਰਡ ਕੇਸ ਕੀ ਹੈਗਾ ਜਦੋਂ ਆਪਣੇ ਕੋਲ ਕੋਈ ਹੈਵੀ ਨਿਊਕਲੀਅਸ ਹੈਗਾ ਉਹਨੂੰ ਸਪਲਿਟ ਕਰਦੇ ਹਾਂ ਲਾਈਟਰ ਨਿਊਕਲੀਅਸ ਦੇ ਵਿੱਚ, ਜਿਵੇਂ ਲਾਈਕ ਯੂਰੇਨੀਅਮ 238 ਹੋ ਗਿਆ। ਜੋ ਸਪਲਿਟ ਹੋਊਗਾ ਉਹ ਲਾਈਟਰ ਨਿਊਕਲੀਅਸ ਸਪਲਿਟ ਹੋਊਗਾ ਤਾਂ ਜਿਹੜੇ ਲਾਈਟਰ ਨਿਊਕਲੀਏ ਨੇ ਉਹਨਾਂ ਦੀ ਜਿਹੜੀ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਹੋਊਗੀ ਉਹ ਕੀ ਹੋਊਗੀ ਜ਼ਿਆਦਾ ਹੋਊਗੀ ਇਹਦੇ ਨਾਲੋਂ ਓਰੀਜਨਲ ਹੈਵੀ ਨਿਊਕਲੀਅਸ ਨਾਲੋਂ। ਇਹਦਾ ਮਤਲਬ ਕੀ ਹੈਗਾ ਉਹ ਜ਼ਿਆਦਾ ਸਟੇਬਲ ਨੇ। ਇਟ ਮੀਨਸ ਜਿਹੜੇ ਉਹਨਾਂ ਦੇ ਵਿੱਚ ਨਿਊਕਲੀਓਨਸ ਨੇ ਉਹ ਜ਼ਿਆਦਾ ਟਾਈਟਲੀ ਬਾਉਂਡ ਕੀਤੇ ਹੋਏ ਨੇ। ਇਹਦਾ ਮਤਲਬ ਕੀ ਹੈਗਾ ਉਹ ਜ਼ਿਆਦਾ ਸਟੇਬਲ ਨੇ। ਤਾਂ ਇਸ ਕਰਕੇ ਜਿਹੜੀ એનર્ਜੀ ਹੈਗੀ ਉਹ ਕੀ ਹੋਊਗੀ ਇਸ ਪ੍ਰੋਸੈਸ ਦੇ ਵਿੱਚ ਰਿਲੀਜ਼ ਹੋਊਗੀ। ਅਤੇ ਇਸ ਪ੍ਰੋਸੈਸ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਨਿਊਕਲੀਅਰ ਫਿਸ਼ਨ ਕਹਿ ਦਿੰਦੇ ਹਾਂ। ਨੈਕਸਟ ਹੈ ਜਦੋਂ ਆਪਣੇ ਕੋਲ ਜਿਹੜੇ ਲਾਈਟਰ ਨਿਊਕਲੀਏ ਨੇ ਫॉर A less than 10 ਔਰ equal to 10 ਉਹਨਾਂ ਵਾਸਤੇ ਕੀ ਹੈਗਾ ਜਦੋਂ ਉਹਨਾਂ ਨੂੰ ਕੰਬਾਈਨ ਕਰਦੇ ਆਂਗੇ ਤਾਂ ਜਿਹੜੀ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਆ ਗਈ ਹੈਵੀ ਨਿਊਕਲੀਅਸ ਦੀ ਜਿਹੜਾ ਆਪਣੇ ਕੋਲ ਉਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਨਿਊਕਲੀਅਸ ਬਣਦਾ ਹੈਗਾ ਉਹਦੀ ਜਿਹੜੀ ਬਾਈਂਡਿੰਗ એનર્ਜੀ ਪਰ ਨਿਊਕਲੀਅਨ ਹੈ ਉਹ ਜ਼ਿਆਦਾ ਹੁੰਦੀ ਹੈਗੀ, ਮੋਰ ਹੁੰਦੀ ਹੈਗੀ ਦੈਨ ਦਾ ਲਾਈਟਰ ਵਨ। ਸੋ ਇਟ ਮੀਨਸ ਕੀ ਹੈਗਾ ਜਿਹੜੇ ਹੈਵੀ ਨਿਊਕਲੀਅਸ ਦੇ ਨਿਊਕਲੀਓਨਸ ਨੇ ਉਹ ਟਾਈਟਲੀ ਬਾਉਂਡ ਕੀਤੇ ਹੋਏ ਨੇ, ਟਾਈਟਲੀ ਬਾਉਂਡ ਹੋ ਜਾਣਗੇ। ਇਟ ਮੀਨਸ ਕਿ ਇਸ ਦਾ ਮਤਲਬ ਇਹ ਹੈਗਾ ਵੀ ਜਿਹੜੇ ਹੈਵੀ ਨਿਊਕਲੀਅਸ ਹੈਗਾ ਉਹ ਜ਼ਿਆਦਾ ਸਟੇਬਲ ਹੋਊਗਾ ਤਾਂ ਇਸ ਪ੍ਰੋਸੈਸ ਦੇ ਵਿੱਚ
ਜਦੋਂ ਆਪਣੇ ਕੋਲ ਲਾਈਟਰ ਨਿਊਕਲੀਆਈ ਜੁਆਇਨ ਕਰਕੇ ਹੈਵੀ ਨਿਊਕਲੀਅਸ ਬਣਾਉਣਗੇ ਤਾਂ ਇਸ ਪ੍ਰੋਸੈਸ ਦੇ ਵਿੱਚ ਵੀ એનર્ਜੀ ਰਿਲੀਜ਼ ਹੋਊਗੀ, ਤਾਂ ਇਸ ਪ੍ਰੋਸੈਸ ਨੂੰ ਕੀ ਕਹਿੰਦੇ ਹੈਗੇ, ਨਿਊਕਲੀਅਰ ਫਿਊਜ਼ਨ। ਸੋ ਥੀਸ ਆਰ ਦਾ ਮੇਨ conclusion from the binding energy, nuclear binding energy per nucleon curve. So thank you everyone.